ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 610 ਤੋਂ ਲੈ ਕੇ 611 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਰਾਗ ਸੋਰਠ ਵਿੱਚ ਪੰਚਮ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਕਰਨ ਕਰਾਵਨ ਹਾਰ ਸੁਆਮੀ, ਆਪਨ ਹਾਥ ਸੰਜੋਗੀ। ਮਨ ਮੇਰੇ ਜਿਨ ਆਪਣਾ ਪਰਮ ਗਵਾਤਾ, ਤਿਸ ਕੈ ਭਾਣੈ ਕੋਇ ਨ ਭੂਲਾ। ਜਿਨ ਸਗਲੋ ਬ੍ਰਹਮ ਪਛਾਤਾ। ਰਹਾਓ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਜੀਵ ਆਤਮਿਕ ਤੌਰ 'ਤੇ ਸੁਖੀ ਨੇ, ਉਹਨਾਂ ਨੂੰ ਲੱਗਦਾ ਕਿ ਹਰ ਕੋਈ ਜਗਤ ਦੇ ਵਿੱਚ ਆਤਮਿਕ ਤੌਰ 'ਤੇ ਸੁਖੀ ਹੈ। ਜੋ ਕੋਈ ਵਿਕਾਰਾਂ ਵਿੱਚ ਡੁੱਬਿਆ ਹੋਇਆ, ਉਹਨੂੰ ਲੱਗਦਾ ਕਿ ਸਾਰੀ ਦੁਨੀਆ ਹੀ ਵਿਕਾਰੀ ਹੈ, ਸਾਰਿਆਂ ਨੂੰ ਹੀ ਵਿਕਾਰਾਂ ਦਾ ਰੋਗ ਚਿੰਬੜਿਆ ਹੋਇਆ। ਕਹਿੰਦੇ ਸਭ ਕੁਛ ਕਰਨ ਕਰਵਾਉਣ ਵਾਲਾ ਉਹ ਪਰਮੇਸ਼ਰ ਮਾਲਕ ਹੈ। ਉਹਦੇ ਆਪਣੇ ਹੱਥ ਡੋਰ ਹੈ ਕਿ ਕਿਸ ਨੂੰ ਉਹਨੇ ਆਪਣੇ ਨਾਲ ਜੋੜਿਆ ਹੈ ਅਤੇ ਕਿਸ ਨੂੰ ਆਪਣੇ ਨਾਲੋਂ ਵਿਛੋੜਿਆ ਹੈ। ਕਹਿੰਦੇ ਹੇ ਮੇਰੇ ਮਨ, ਜਿਸ ਜੀਵ ਨੇ ਆਪਣੇ ਅੰਦਰੋਂ ਭਰਮ ਖਤਮ ਕਰ ਲਿਆ, ਉਹਨੂੰ ਇਹ ਲੱਗ ਰਿਹਾ ਹੈ ਕਿ ਸੰਸਾਰ ਦੇ ਵਿੱਚ ਕੋਈ ਵੀ ਆਪਣੇ ਆਪ ਨਹੀਂ ਭੁੱਲਿਆ ਹੋਇਆ। ਕਿਸੇ ਨੂੰ ਕੁਰਾਹੇ ਪਾਇਆ ਤਾਂ ਪਰਮਾਤਮਾ ਨੇ, ਕਿਸੇ ਨੂੰ ਸਿੱਧੇ ਰਾਹ ਪਾਇਆ ਤਾਂ ਪਰਮਾਤਮਾ ਨੇ। ਉਹਨੂੰ ਹਰ ਇੱਕ ਦੇ ਵਿੱਚ ਪਰਮੇਸ਼ਰ ਹੀ ਵਿਆਪਕ ਨਜ਼ਰ ਆਉਂਦਾ ਹੈ। ਸੰਤ ਸੰਗ ਜਾ ਕਾ ਮਨ ਸੀਤਲ, ਉਹ ਜਾਣੈ ਸਗਲੀ ਠਾਂਡੀ। ਹਉਮੈ ਰੋਗ ਜਾ ਕਾ ਮਨ ਵਿਆਪਤ, ਉਹ ਜਨਮ ਮਰੈ ਬਿਲ ਲਾਤੀ। ਕਹਿੰਦੇ ਸੰਤਾਂ ਦੀ ਸੰਗਤ ਦੇ ਵਿੱਚ ਜਿਹਦੇ ਅੰਦਰ ਮਨ ਨੂੰ ਸ਼ਾਂਤੀ ਆ, ਉਹਨਾਂ ਨੂੰ ਲੱਗ ਰਿਹਾ ਕਿ ਸੰਸਾਰ ਦੇ ਵਿੱਚ ਸਾਰੇ ਹੀ ਸ਼ਾਂਤੀ ਆ, ਸਾਰਾ ਜਗਤ ਹੀ ਸ਼ਾਂਤੀ 'ਚ ਹੈ। ਜਿਹੜੇ ਕਹਿੰਦੇ ਹਉਮੈ ਦੇ ਰੋਗ ਦੇ ਵਿੱਚ ਨੇ, ਆਪ ਦੁਖੀ ਨੇ ਅੰਦਰੋਂ, ਉਹਨਾਂ ਨੂੰ ਲੱਗਦਾ ਵੀ ਸਾਰਾ ਜਗਤ ਹੀ ਦੁਖੀ ਆ। ਕਿ ਮਤਲਬ ਜਿਸ ਤਰ੍ਹਾਂ ਦਾ ਕਿਸੇ ਇਨਸਾਨ ਦੇ ਨਾਲ ਕੁਛ ਵਾਪਰ ਰਿਹਾ ਹੁੰਦਾ, ਉਹਨੂੰ ਲੱਗਦਾ ਹੁੰਦਾ ਵੀ ਸਾਰਿਆਂ ਦੇ ਨਾਲ ਹੀ ਹੋ ਰਿਹਾ। ਗਿਆਨ ਅੰਜਨ ਜਾ ਕੀ ਨੇਤਰੀ ਪੜਿਆ, ਤਾ ਕੋ ਸਰਬ ਪਰਗਾਸਾ। ਅਗਿਆਨ ਅੰਧੇਰੈ ਸੂਝਸ ਨਾਹੀ, ਬਹੁੜ ਬਹੁੜ ਪਰਮਾਤਾ। ਜਿਸ ਜੀਵ ਨੂੰ ਕਹਿੰਦੇ ਗਿਆਨ ਰੂਪੀ ਸੁਰਮਾ ਮਿਲ ਗਿਆ ਗੁਰੂ ਕੋਲੋਂ, ਉਹਦੇ ਅੰਦਰ ਆਤਮਿਕ ਪ੍ਰਕਾਸ਼ ਹੋ ਜਾਂਦਾ। ਉਹਨੂੰ ਫਿਰ ਜੀਵਨ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ। ਜਿਹੜੇ ਪਰ ਅਗਿਆਨਤਾ ਦੇ ਵਿੱਚ ਨੇ, ਉਹ ਫਿਰ ਅੰਦਰ ਉਹਨਾਂ ਦੀ ਜਿਹੜੀ ਭਟਕਣਾ ਚੱਲਦੀ ਰਹਿੰਦੀ ਆ ਦੁਨਿਆਵੀ ਚੀਜ਼ਾਂ ਦੀ। ਸੁਣ ਬੇਨੰਤੀ ਸੁਆਮੀ ਆਪਣੇ, ਨਾਨਕ ਇਹ ਸੁਖ ਮੰਗੈ। ਜਹ ਕੀਰਤਨ ਤੇਰਾ ਸਾਧੂ ਗਾਵੈ, ਤਹ ਮੇਰਾ ਮਨ ਲਾਗੈ। ਸੁਣ ਬੇਨੰਤੀ ਸੁਆਮੀ ਆਪਣੇ, ਨਾਨਕ ਇਹ ਸੁਖ ਮੰਗੈ। ਜਹ ਕੀਰਤਨ ਤੇਰਾ ਸਾਧੂ ਗਾਵੈ, ਤਹ ਮੇਰਾ ਮਨ ਲਾਗੈ। ਕਹਿੰਦੇ ਹੇ ਨਾਨਕ ਜੀ, ਹੇ ਸੁਆਮੀ ਜੀ, ਕਹਿੰਦੇ ਨਾਨਕ ਜੀ ਕਹਿੰਦੇ ਹੇ ਸੁਆਮੀ ਜੀ, ਹੇ ਪਰਮੇਸ਼ਰ ਜੀ, ਨਾਨਕ ਤੁਹਾਡੇ ਕੋਲੋਂ ਇਹ ਸੁੱਖ ਮੰਗਦਾ। ਇਹ ਸੁੱਖ ਕੀ ਆ ਕਿ ਜਿੱਥੇ ਵੀ ਸਾਧ ਸੰਗਤ ਦੇ ਵਿੱਚ ਤੇਰੇ ਸਾਧ ਜਨ ਤੇਰੀ ਸਿਫਤ ਸਲਾਹ ਕਰਦੇ ਨੇ, ਉੱਥੇ ਮੇਰਾ ਵੀ ਮਨ ਤੇਰੀ ਸਿਫਤ ਸਲਾਹ ਦੇ ਵਿੱਚ ਪਰਚਿਆ ਰਹੇ ਹਮੇਸ਼ਾ। ਇਹ ਮੈਨੂੰ ਸੁੱਖ ਦੀ ਦਾਤ ਦੇ ਦੇ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਤਨ ਸੰਤਨ ਕਾ, ਤਨ ਸੰਤਨ ਕਾ, ਮਨ ਸੰਤਨ ਕਾ ਕੀਆ।
ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸਲ ਤਬ ਥੀਆ। ਸੰਤਨ ਬਿਨ ਅਵਰ ਨ ਦਾਤਾ ਬੀਆ, ਜੋ ਜੋ ਸਰਣ ਪਰੈ ਸਾਧੂ ਕੀ, ਸੋ ਪਾਰ ਗਰਾਮੀ ਕੀਆ। ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਆਪਣਾ ਸਰੀਰ, ਧਨ, ਮਨ ਸਭ ਕੁਛ ਗੁਰੂ ਦੇ ਅਰਪਣ ਕਰ ਦਿੱਤਾ, ਪਰਮੇਸ਼ਰ ਦੇ ਅਰਪਣ ਕਰ ਦਿੱਤਾ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਸ ਨੇ ਪਰਮੇਸ਼ਰ ਦਾ ਨਾਮ ਧਿਆਇਆ, ਉਹਨੂੰ ਸਾਰੇ ਤਰ੍ਹਾਂ ਦੇ ਸੁੱਖ ਮਿਲ ਗਏ। ਕਹਿੰਦੇ ਗੁਰੂ ਤੋਂ ਬਿਨਾਂ ਪਰਮੇਸ਼ਰ ਦਾ ਨਾਮ ਦਾਨ ਕੋਈ ਦੇ ਨਹੀਂ ਸਕਦਾ। ਜੋ ਜੋ ਕਹਿੰਦੇ ਗੁਰੂ ਦੀ ਸ਼ਰਨ ਪੈਂਦੇ ਨੇ, ਉਹਨਾਂ ਨੂੰ ਫਿਰ ਗੁਰੂ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਪਾਰ ਲਾ ਦਿੰਦਾ ਹੈ। ਕੋਟ ਪਰਾਧ ਮਿਟੈ ਜਨ ਸੇਵਾ, ਹਰ ਕੀਰਤਨ ਰਸ ਗਾਈਐ। ਈਹਾ ਸੁਖ ਆਗੈ ਮੁਖ ਉਜਲ, ਜਨ ਕਾ ਸੰਗ ਵਡ ਭਾਗੀ ਪਾਈਐ। ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੇ ਨਾਲ, ਉਹਦਾ ਜਸ ਗਾਉਣ ਦੇ ਨਾਲ ਕਹਿੰਦੇ ਕਰੋੜਾਂ ਅਪਰਾਧ ਕਹਿੰਦੇ ਪਾਪ ਸਾਡੇ ਮਿਟ ਜਾਂਦੇ ਨੇ, ਜਦੋਂ ਕਹਿੰਦੇ ਗੁਰੂ ਦੀ ਦੱਸੀ ਹੋਈ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰੀਦੀ ਆ। ਇਹ ਸੰਸਾਰ ਦੇ ਵਿੱਚ ਜੀਵਨ ਸੁਖੀ ਹੋ ਜਾਂਦਾ, ਉਹਦੀ ਦਰਗਾਹ ਦੇ ਵਿੱਚ ਮੱਥਾ ਮੁੱਖ ਰੋਸ਼ਨ ਹੋ ਜਾਂਦਾ। ਪਰ ਕਹਿੰਦੇ ਇਸ ਤਰ੍ਹਾਂ ਦੇ ਜਿਹੜਾ ਗੁਰੂ ਆ, ਸੰਤ ਆ, ਉਹਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਆ, ਜਿਹਦੀ ਸੰਗਤ ਦੇ ਵਿੱਚ ਅਸੀਂ ਉਹਦੀ ਸਿਫਤ ਸਲਾਹ ਕਰ ਸਕੀਏ। ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਐ। ਅਗਮ ਅਗੋਚਰ ਸਦ ਅਬਿਨਾਸੀ, ਸਰਨ ਸੰਤਨ ਕੀ ਲਹੀਐ। ਕਹਿੰਦੇ ਜਿਹੜੇ ਇਹ ਸੰਤ ਜਨ ਨੇ ਜੋ ਪੂਰਨ ਨੇ, ਕਹਿੰਦੇ ਉਹਨਾਂ ਦੇ ਗੁਣ ਅਨੇਕਾਂ ਨੇ, ਪਰ ਮੇਰੀ ਜ਼ੁਬਾਨ ਇੱਕ ਹੈ। ਕਹਿੰਦੇ ਉਹਨਾਂ ਦੇ ਕਿਹੜੇ ਕਿਹੜੇ ਗੁਣਾਂ ਦੀ ਅਸੀਂ ਉਪਮਾ ਕਰ ਸਕੀਏ। ਕਹਿੰਦੇ ਇਹ ਜਿਹੜੇ ਸੰਤ ਜਨ ਨੇ, ਜਦੋਂ ਇਹਨਾਂ ਦੀ ਸ਼ਰਨ ਆ ਜਾਈਦਾ, ਫਿਰ ਉਸ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ। ਉਹ ਪਰਮੇਸ਼ਰ ਜੋ ਸਾਡੀ ਆਪਣੀ ਪਹੁੰਚ ਤੋਂ ਦੂਰ ਹੈ, ਜਿਹਦੇ ਤੱਕ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ। ਸਾਡੀਆਂ ਆਪਣੀਆਂ ਗਿਆਨ ਇੰਦਰੀਆਂ ਸਾਨੂੰ ਉਹਦੇ ਤੱਕ ਨਹੀਂ ਪਹੁੰਚਾ ਸਕਦੀਆਂ, ਕਿਉਂਕਿ ਉਹ ਸਾਡੇ ਦ੍ਰਿਸ਼ਟੀਗੋਚਰ ਨਹੀਂ ਹੋ ਸਕਦਾ ਪਰਮੇਸ਼ਰ। ਉਹ ਪਰਮੇਸ਼ਰ ਜੋ ਅਬਿਨਾਸੀ ਹੈ, ਸਦਾ ਦੇ ਰਹਿਣ ਵਾਲਾ ਹੈ। ਨਿਰਗੁਣ ਨੀਚ ਅਨਾਥ ਅਪਰਾਧੀ, ਓਟ ਸੰਤਨ ਕੀ ਆਹੀ। ਬੂਢਤ ਮੋਹ ਗ੍ਰਹਿ ਅੰਧਕੂਪ, ਮਹਿ ਨਾਨਕ ਲਿਹੋ ਨਿਬਾਹੀ। ਵਾਹਿਗੁਰੂ ਜੀ। ਕਹਿੰਦੇ ਹੇ ਨਾਨਕ, ਮੈਂ ਕਹਿੰਦੇ ਗੁਣਹੀਨ ਆ, ਨੀਚ ਆ, ਅਨਾਥ ਹਾਂ ਤੇ ਪਾਪਾਂ ਦਾ ਭਰਿਆ ਹੋਇਆ, ਪਰ ਸੰਤਾਂ ਦੀ ਸ਼ਰਨ ਦਾ ਆਸਰਾ ਤੱਕਿਆ। ਕਹਿੰਦੇ ਮੈਨੂੰ ਨਾਨਕ ਨੂੰ, ਸਾਡੇ ਜੀਵਾਂ ਵੱਲੋਂ ਕਹਿ ਰਹੇ ਨੇ, ਨਾਨਕ ਜੀ ਤੇ ਸਾਨੂੰ ਪਾਪੀਆਂ ਨੂੰ ਆਪ ਤਾਰਨ ਵਾਲੇ ਨੇ। ਕਹਿੰਦੇ ਮੈਨੂੰ ਇਸ ਗ੍ਰਹਿਸਤ ਦੇ ਕਹਿੰਦੇ ਮੋਹ ਦੇ ਖੂਹ ਦੇ ਵਿੱਚੋਂ ਆਪ ਕਹਿੰਦੇ ਕੱਢ ਲਓ। ਜੇ ਤੁਸੀਂ ਕਹਿੰਦੇ ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖੋਗੇ, ਤਾਂ ਹੀ ਮੈਂ ਇਸ ਗ੍ਰਹਿਸਤ ਦੇ ਮੋਹ ਦੇ ਖੂਹ ਵਿੱਚੋਂ ਨਿਕਲ ਸਕਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ। ਜਾ ਕੇ ਹਿਰਦੈ ਵਸਿਆ ਤੂੰ ਕਰਤੇ, ਤਾਕੀ ਤੈਂ ਆਸ ਪੁਜਾਈ। ਦਾਸ ਆਪਣੇ ਕੋ ਤੂੰ ਵਿਸਰੈ ਨਾਹੀਂ, ਚਰਨ ਧੂਰ ਮਨ ਪਾਈ। ਤੇਰੀ ਅਕਥ ਕਥਾ ਕਥਨ ਨ ਜਾਈ, ਗੁਣ ਨਿਧਾਨ ਸੁਖ ਦਾਤੇ ਸੁਆਮੀ। ਸਭ ਤੇ ਊਚ ਬੜਾਈ। ਰਹਾਓ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਹੇ ਪਰਮੇਸ਼ਰ ਜੀ, ਜਿਸ ਜੀਵ ਦੇ ਹਿਰਦੇ ਵਿੱਚ ਤੂੰ ਵਸ ਗਿਆ, ਤਾਂ ਉਹਦੀ ਤੂੰ ਹਰ ਇੱਕ ਇੱਛਾ ਪੂਰੀ ਕਰ ਦਿੱਤੀ ਆ। ਕਹਿੰਦੇ ਮੈਨੂੰ ਦਾਸ ਨੂੰ ਇਹ ਕਹਿੰਦੇ ਬਖਸ਼ਿਸ਼ ਕਰੋ ਕਿ ਮੈਨੂੰ ਤੇਰੇ ਚਰਨਾਂ ਦੀ ਧੂੜ ਹਮੇਸ਼ਾ ਪਿਆਰੀ ਲੱਗੇ,
ਤੇ ਤੂੰ ਮੇਰੇ ਹਿਰਦੇ ਤੋਂ ਕਦੇ ਵਿਸਰੇ ਨਾ ਪਰਮੇਸ਼ਰ ਜੀ। ਤੇਰੀ ਕਹਿੰਦੇ ਜਿਹੜੀ ਕਥਾ ਹੈਗੀ ਆ ਅਕੱਥ ਹੈ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰੀ ਵਡਿਆਈ, ਤੇਰੀ ਗਤ ਮਿੱਤ ਦੱਸੀ ਨਹੀਂ ਜਾ ਸਕਦੀ। ਕਹਿੰਦੇ ਹੇ ਗੁਣਾਂ ਦੇ ਖਜ਼ਾਨੇ, ਸੁੱਖਾਂ ਦੇ ਦਾਤੇ ਪਰਮੇਸ਼ਰ ਜੀ, ਤੇਰੀ ਵਡਿਆਈ ਸਭ ਤੋਂ ਉੱਚੀ ਹੈ, ਤੂੰ ਸਭ ਤੋਂ ਉੱਚਾ ਹੈ। ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ। सेवक को तुम सेवा दीनी, दर्शन देख अघाई। ਕਹਿੰਦੇ ਹੇ ਪਰਮੇਸ਼ਰ ਜੀ, ਹਰ ਇੱਕ ਜੀਵ ਉਹੀ ਕਰਮ ਕਰ ਰਿਹਾ ਹੈ ਜਿਸ ਤਰ੍ਹਾਂ ਦਾ ਲੇਖਾ ਤੂੰ ਉਸ ਦੇ ਕਰਮਾਂ ਦੇ ਅਨੁਸਾਰ ਉਹਦੇ ਮੱਥੇ 'ਤੇ ਲਿਖਿਆ ਹੈ ਦਾਤੇ, ਅਸੀਂ ਉਹੀ ਕਰਮ ਕਮਾ ਰਹੇ ਹਾਂ। ਜਿਸ ਸੇਵਕ ਨੂੰ ਕਹਿੰਦੇ ਤੁਸੀਂ ਆਪਣੀ ਸੇਵਾ ਭਗਤੀ ਦਿੱਤੀ ਹੈ, ਉਹ ਸੇਵਕ ਤੁਹਾਡੇ ਦਰਸ਼ਨ ਕਰਕੇ ਤ੍ਰਿਪਤ ਹੋ ਗਿਆ ਹੈ। ਫਿਰ ਉਹਨੂੰ ਸੰਸਾਰ ਵਿੱਚ ਕੋਈ ਹੋਰ ਭੁੱਖ ਰਹਿ ਨਹੀਂ ਗਈ। ਸਰਬ ਨਿਰੰਤਰ ਤੁਮਹਿ ਸਮਾਨੇ, ਜਾ ਕੋ ਤੁਧ ਆਪ ਬੁਝਾਈ। ਗੁਰ ਪ੍ਰਸਾਦ ਮਿਟਿਓ ਅਗਿਆਨਾ, ਪ੍ਰਗਟ ਪਏ ਸਭ ਠਾਈ। ਕਹਿੰਦੇ ਹੇ ਪਰਮੇਸ਼ਰ ਜੀ, ਜਿਸ ਜੀਵ ਨੂੰ ਤੁਸੀਂ ਆਪਦੇ ਬਾਰੇ ਸਮਝ ਦਿੱਤੀ ਹੈ, ਉਹਨੂੰ ਫਿਰ ਤੁਸੀਂ ਹਰ ਇੱਕ ਜਗ੍ਹਾ 'ਤੇ ਵਿਆਪਕ ਨਜ਼ਰ ਆਉਂਦੇ ਹੋ। ਉਹਨੂੰ ਇਹ ਸਮਝ ਹੋ ਜਾਂਦੀ ਹੈ ਕਿ ਹਰ ਇੱਕ ਜਗ੍ਹਾ 'ਤੇ ਉਹ ਪਰਮੇਸ਼ਰ ਵਿਆਪਕ ਹੈ। ਗੁਰੂ ਦੀ ਕਿਰਪਾ ਦੇ ਨਾਲ ਉਸ ਜੀਵ ਦਾ ਅਗਿਆਨਤਾ ਦਾ ਜਿਹੜਾ ਹਨੇਰਾ ਉਹ ਖਤਮ ਹੋ ਜਾਂਦਾ ਅਤੇ ਉਹ ਜੀਵ ਸਾਰੇ ਪਾਸੇ ਜਾਣਿਆ ਜਾਣ ਲੱਗ ਜਾਂਦਾ। ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੁਭਾਈ। ਕਹੋ ਨਾਨਕ ਜਿਸ ਪਏ ਦਿਆਲਾ, ਤਾਕੋ ਮਨ ਤੈ ਬਿਸਰ ਨ ਜਾਈ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਉਹੀ ਜੀਵ ਗਿਆਨਵਾਨ ਹੈ, ਉਹੀ ਕਹਿੰਦੇ ਸੁਰਤ ਅਭਿਆਸੀ ਹੈ, ਉਹੀ ਕਹਿੰਦੇ ਪ੍ਰੇਮ ਦੇ ਸੁਭਾਅ ਵਾਲਾ ਹੈ, ਜਿਸ 'ਤੇ ਕਹਿੰਦੇ ਪਰਮੇਸ਼ਰ ਜੀ ਆਪ ਦਿਆਲ ਹੁੰਦੇ ਨੇ। ਜਿਹਦੇ 'ਤੇ ਦਿਆਲ ਹੁੰਦੇ ਨੇ ਉਹਦੇ ਚੇਤੇ ਤੋਂ ਪਰੇ ਨਹੀਂ ਹੁੰਦੇ। ਉਹ ਜੀਵ ਪਰਮਾਤਮਾ ਨੂੰ ਇੱਕ ਰਤੀ ਜਿੰਨੇ ਸਮੇਂ ਦੇ ਲਈ ਆਪਣੇ ਤੋਂ ਅਲੱਗ ਨਹੀਂ ਕਰਦਾ। ਆਪਣੇ ਹਿਰਦੇ ਵਿੱਚ ਉਸ ਪਰਮੇਸ਼ਰ ਨੂੰ ਸਦਾ ਹੀ ਵਸਾਈ ਰੱਖਦਾ ਹੈ। ਪਰਮੇਸ਼ਰ ਦਾ ਚੇਤਾ ਸਦਾ ਹੀ ਉਸ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਜਿਸ 'ਤੇ ਇਹ ਦਇਆ ਪਰਮੇਸ਼ਰ ਆਪ ਕਰਦਾ ਹੈ। ਸੋਰਠ ਮਹੱਲਾ ਪੰਜਵਾਂ। ਸਗਲ ਸਮਗਰੀ ਮੋਹਿ ਵਿਆਪੀ, ਕਬ ਊਚੇ ਕਬ ਨੀਚੇ। ਸੁਧ ਨ ਹੋਈਐ ਕਾਹੂ ਜਤਨਾ, ਓੜਕ ਕੋ ਨਾ ਪਹੁੰਚੇ। ਮੇਰੇ ਮਨ ਸਾਧ ਸਰਣ ਛੁਟਕਾਰਾ, ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ। ਫਿਰ ਆਵਤ ਬਾਰੋ ਬਾਰਾ ਰਹਾਓ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਸ੍ਰਿਸ਼ਟੀ ਸਾਰੀ ਹੀ ਸੰਸਾਰਕ ਮੋਹਾਂ ਦੇ ਵਿੱਚ, ਸੰਸਾਰਕ ਪ੍ਰੇਮ ਦੇ ਵਿੱਚ, ਸੰਸਾਰਕ ਪਦਾਰਥਾਂ ਦੇ ਪ੍ਰੇਮ ਵਿੱਚ ਉਲਝੀ ਹੋਈ ਆ। ਕਹਿੰਦੇ ਕਦੇ ਜੀਵ ਹੰਕਾਰ ਦੇ ਵਿੱਚ ਉੱਚਾ ਮਹਿਸੂਸ ਕਰਦੇ ਨੇ, ਕਦੇ ਕਹਿੰਦੇ ਆਪਣੇ ਆਪ ਨੂੰ ਡਿੱਗਿਆ ਢੱਠਾ ਮਹਿਸੂਸ ਕਰਦੇ ਨੇ। ਕਦੇ ਉੱਚੇ ਕਦੇ ਨੀਚੇ, ਕਦੇ ਮਨ ਉਤਾਂਹ ਕਦੇ ਮਨ ਚੜ੍ਹਾਅ ਵਿੱਚ, ਕਦੇ ਹੇਠਾਂ। ਸੋਚ ਇਸ ਤਰ੍ਹਾਂ ਚੱਲਦੀ ਆ। ਕਦੇ ਹੰਕਾਰੀ ਹੋ ਜਾਂਦਾ ਮਨ, ਕਦੇ ਫਿਰ ਉਦਾਸੀਨ ਹੋ ਜਾਂਦਾ। ਕਹਿੰਦੇ ਆਪ ਆਪਣੇ ਕਿਸੇ ਯਤਨ ਦੇ ਨਾਲ ਜੀਵ ਦਾ ਇਹ ਜਿਹੜਾ ਹੰਕਾਰ ਆ, ਮਨ ਦੇ ਵਿੱਚ ਮੋਹ ਆ, ਇਹਦੇ ਤੋਂ ਆਪ ਕਿਸੇ ਯਤਨ ਨਾਲ ਜੀਵ ਬਚ ਨਹੀਂ ਸਕਦਾ। ਇਹਦੇ ਤੋਂ ਬਚਣ ਦਾ ਇੱਕ ਹੀ ਢੰਗ ਹੈ, ਉਹ ਹੈ ਗੁਰੂ ਦੀ ਸ਼ਰਨ ਵਿੱਚ ਆ ਜਾਣਾ। ਜਦੋਂ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਉੱਥੋਂ ਨਾਮ ਦੀ ਦਾਤ ਮਿਲਦੀ ਹੈ। ਜਦੋਂ ਨਾਮ ਜਪਿਆ ਜਾਂਦਾ, ਫਿਰ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਮਿਲਦਾ। ਇਹ ਜੀਵ ਦੇ ਆਪਣੇ ਹੱਥ ਵੱਸ ਨਹੀਂ। ਕੋਈ ਕਿਸੇ ਨੂੰ ਕਹਿ ਦਿਓ ਵੀ ਤੂੰ ਆਪਣਾ ਹੰਕਾਰ ਠੀਕ ਕਰ ਲੈ, ਤੂੰ ਵਿਕਾਰਾਂ ਤੋਂ ਖਲਾਸੀ ਪਾ ਲੈ,
ਕੋਈ ਕਰਨ ਦੇ ਸਮਰੱਥ ਨਹੀਂ ਗਾ। ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੀ ਜਦੋਂ ਗੁਰੂ ਦੀ ਸ਼ਰਨ ਮਿਲਦੀ ਆ, ਗੁਰੂ ਦੇ ਰਾਹੀਂ ਨਾਮ ਜਪ ਹੁੰਦਾ, ਫਿਰ ਇਹ ਵਿਕਾਰ ਖਤਮ ਹੁੰਦੇ ਨੇ। ਵਾਹਿਗੁਰੂ ਜੀ, ਵਾਹਿਗੁਰੂ ਜੀ। ਕਹਿੰਦੇ ਪੂਰੇ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਜੀਵ ਨੂੰ ਆਵਾਗਮਨ ਦਾ ਚੱਕਰ ਪਿਆ ਰਹਿੰਦਾ ਹੈ। ਉਹ ਜੋ ਭਰਮ ਭੁਲਾਵਾ ਕਹੀਅਤ, ਤਿਨ ਮਹਿ ਉਰਜਿਓ ਸਗਲ ਸੰਸਾਰਾ। ਪੂਰਨ ਭਗਤ ਪੁਰਖ ਸੁਆਮੀ ਕਾ, ਸਰਬ ਥੋਕ ਤੇ ਨਿਆਰਾ। ਕਹਿੰਦੇ ਜਿਹੜਾ ਭਰਮ ਭੁਲਾਵਾ ਕਹਿੰਦੇ ਨੇ ਨਾ ਕਿ ਜੀਵ ਮਾਇਆ ਵਿੱਚ ਮੋਹ ਵਿੱਚ ਭਟਕਿਆ ਹੈ, ਉਹਦੇ ਵਿੱਚ ਸਾਰਾ ਸੰਸਾਰ ਹੀ ਉਲਝਿਆ ਹੋਇਆ। ਕਹਿੰਦੇ ਉਸ ਪਰਮੇਸ਼ਰ ਦਾ ਜੋ ਭਗਤ ਹੈ, ਉਹੀ ਇਹ ਜਿਹੜੇ ਸੰਸਾਰਿਕ ਪਦਾਰਥ ਨੇ ਇਹਨਾਂ ਤੋਂ ਨਿਰਲੇਪ ਹੈ। ਨਿੰਦੋ ਨਾਹੀ ਕਾਹੂ ਬਾਤੈ, ਇਹ ਖਸਮ ਕਾ ਕੀਆ। ਜਾ ਕੋ ਕਿਰਪਾ ਕਰੀ ਪ੍ਰਭ ਮੇਰੈ, ਮਿਲ ਸਾਧ ਸੰਗਤ ਨਾਉ ਲੀਆ। ਵਾਹਿਗੁਰੂ ਜੀ। ਕਹਿੰਦੇ ਭਾਈ ਕਿਸੇ ਨੂੰ ਆਪਾਂ ਨਿੰਦ ਨਹੀਂ ਸਕਦੇ ਕਿ ਕੋਈ ਕਿਹੜੇ ਕੰਮ 'ਚ ਲੱਗਿਆ ਹੈ। ਕਹਿੰਦੇ ਜੋ ਕੁਛ ਵੀ ਹੋ ਰਿਹਾ ਉਹ ਪਰਮੇਸ਼ਰ ਦੀ ਰਜ਼ਾ ਵਿੱਚ ਹੋ ਰਿਹਾ। ਕਹਿੰਦੇ ਵੀ ਨਾ ਕੋਈ ਚੰਗਾ ਨਾ ਕੋਈ ਮੰਦਾ, ਸਾਰੇ ਪਾਸੇ ਉਸ ਪਰਮੇਸ਼ਰ ਦਾ ਹੁਕਮ ਚੱਲ ਰਿਹਾ, ਜਿਸ 'ਤੇ ਕਹਿੰਦੇ ਪਰਮੇਸ਼ਰ ਆਪ ਕਿਰਪਾ ਕਰਦੇ ਆ। ਉਹ ਜੀਵ ਸਾਧ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਜਪਦੇ ਆ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਸਭਨਾ ਕਰਤ ਉਧਾਰਾ। ਕਹੋ ਨਾਨਕ ਗੁਰ ਬਿਨ ਨਹੀਂ ਤਰੀਐ, ਇਹ ਪੂਰਨ ਤਤ ਵਿਚਾਰਾ। ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਜੀ ਸਾਰਿਆਂ ਦਾ ਹੀ ਕਹਿੰਦੇ ਜੀਵਨ ਦੇ ਵਿੱਚ ਪਾਰ ਉਤਾਰਾ ਕਰਦੇ ਨੇ, ਸਾਰਿਆਂ ਦਾ ਉਧਾਰ ਕਰਦੇ ਨੇ। ਨਾਨਕ ਜੀ ਕਹਿੰਦੇ ਨੇ ਫਿਰ ਪਰਮੇਸ਼ਰ ਨੇ ਇਹ ਖੇਡ ਬਣਾਈ ਹੈ ਕਿ ਗੁਰੂ ਦੀ ਸ਼ਰਨ ਦੇ ਆਉਣ ਤੋਂ ਬਿਨਾਂ ਜੀਵ ਤਰ ਨਹੀਂ ਸਕਦਾ। ਇਹ ਕਹਿੰਦੇ ਜੀਵਨ ਦੀ ਸਭ ਤੋਂ ਵੱਡੀ ਅਸਲੀਅਤ ਹੈ ਔਰ ਬਹੁਤ ਵਿਚਾਰ ਕੇ ਇਹ ਕੱਢੀ ਗਈ ਹੈ ਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਕਿਸੇ ਵੀ ਯੁੱਗ ਦੇ ਵਿੱਚ ਜੀਵ ਦਾ ਮਿਲਾਪ ਪਰਮੇਸ਼ਰ ਨਾਲ ਨਹੀਂ ਹੋ ਸਕਦਾ। ਉਸ ਸੰਸਾਰ ਦੇ ਭਵਜਲ ਨੂੰ ਗੁਰੂ ਦੀ ਸ਼ਰਨ ਤੋਂ ਬਿਨਾਂ ਤਰ ਨਹੀਂ ਸਕਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਖੋਜਤ ਖੋਜਤ ਖੋਜ ਵਿਚਾਰਿਓ, RAM ਨਾਮ ਤਤ ਸਾਰਾ। ਕਿਲ ਵਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਸਾਧੂ ਅੰਮ੍ਰਿਤ ਬਾਣੀ ਰਹਾਓ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਬਹੁਤ ਖੋਜ ਵਿਚਾਰ ਤੋਂ ਬਾਅਦ ਇਹ ਤੱਤ ਕੱਢਿਆ ਕਿ RAM ਨਾਮ, ਪਰਮੇਸ਼ਰ ਦਾ ਨਾਮ ਜਪਣਾ ਸਭ ਤੋਂ ਵੱਡੀ ਸੱਚਾਈ ਹੈ ਜੀਵਨ ਦੀ। ਇੱਕ ਨਿਮਖ ਕਹਿੰਦੇ ਇੱਕ ਅੱਖ ਝਮਕਣ ਦੇ ਸਮੇਂ ਜਿੰਨਾ ਪਰਮੇਸ਼ਰ ਦੀ ਆਰਾਧਨਾ ਹੋ ਜੇ ਮਨ ਤੋਂ, ਹਿਰਦੇ ਤੋਂ, ਫਿਰ ਕਹਿੰਦੇ ਸਾਰੇ ਪਾਪ ਕੱਟ ਹੋ ਜਾਂਦੇ ਨੇ। ਗੁਰੂ ਦੇ ਸਨਮੁਖ ਹੋ ਕੇ ਜੀਵ ਇਸ ਭਵਜਲ ਤੋਂ ਤਰ ਜਾਂਦਾ ਹੈ। ਕਹਿੰਦੇ ਹੇ ਆਤਮਿਕ ਸੂਝ ਵਾਲੇ ਜੀਵ, ਪਰਮੇਸ਼ਰ ਦੇ ਨਾਮ ਦਾ ਰਸ ਪੀਵੋ। ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਮਨ ਮਹਾ ਤ੍ਰਿਪਤੀ ਪਾ ਲੈਂਦਾ ਹੈ। ਸਾਧੂ ਦੀ, ਗੁਰੂ ਦੀ ਅੰਮ੍ਰਿਤ ਰੂਪੀ ਬਾਣੀ ਸੁਣੋ ਜੋ ਨਾਮ ਜਪਣ ਦਾ ਉਪਦੇਸ਼ ਦਿੰਦੀ ਹੈ। ਨਾਮ ਨੂੰ ਸੁਣਿਆ, ਨਾਮ ਨੂੰ ਜਪਿਆ ਜੀਵ ਦਾ ਮਨ ਤ੍ਰਿਪਤ ਹੋ ਜਾਂਦਾ ਹੈ ਸਾਰੀਆਂ ਸੰਸਾਰਿਕ ਭੁੱਖਾਂ ਤੋਂ। ਮੁਕਤ ਭੁਗਤ ਜੁਗਤ ਸੱਚ ਪਾਈਐ, ਸਰਬ ਸੁਖਾਂ ਕਾ ਦਾਤਾ। ਆਪਣੇ ਦਾਸ ਕੋ ਭਗਤ ਦਾਨ ਦੇਵੈ, ਪੂਰਨ ਪੁਰਖ ਵਿਧਾਤਾ। ਕਹਿੰਦੇ ਉਹ ਪਰਮੇਸ਼ਰ ਜਿਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਆਪਣੇ ਦਾਸ ਨੂੰ ਆਪਣੀ ਭਗਤੀ ਦਾ ਦਾਨ ਆਪ ਦਿੰਦਾ ਹੈ।
ਉਸ ਪਰਮੇਸ਼ਰ ਦਾ ਨਾਮ ਜਪਿਆ ਹੀ ਇਹ ਸਰਬ ਸੁੱਖਾਂ ਦਾ ਦਾਤਾ ਪਾਇਆ ਜਾਂਦਾ। ਸਰਬ ਸੁੱਖਾਂ ਦਾ ਦਾਤਾ ਪਰਮੇਸ਼ਰ। ਜਦੋਂ ਪਰਮੇਸ਼ਰ ਨੂੰ ਪਾ ਲਿਆ ਫਿਰ ਉਸ ਜੀਵ ਨੂੰ ਕੀ ਮਿਲ ਜਾਂਦਾ? ਮੁਕਤ ਭੁਗਤ ਜੁਗਤ। ਮੁਕਤ ਹੈ ਵਿਕਾਰਾਂ ਤੋਂ ਮੁਕਤੀ, ਭੁਗਤ ਹੈ ਆਤਮਾ ਦੀ ਖੁਰਾਕ, ਜੁਗਤ ਹੈ ਸੱਚੇ ਜੀਵਨ ਨੂੰ ਜੀਣ ਦੀ ਜਾਚ। ਪਰਮੇਸ਼ਰ ਨੂੰ ਪਾਇਆ ਇਹ ਸਭ ਕੁਝ ਮਿਲ ਜਾਂਦਾ ਹੈ। ਸਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਕਰਨ ਕਾਰਨ ਸਮਰੱਥ ਸੁਆਮੀ, ਜਾਤੇ ਬਿਰਥਾ ਨਾ ਕੋਈ। ਕਰਨ ਕਾਰਨ ਸਮਰੱਥ ਸੁਆਮੀ, ਜਾਤੇ ਬਿਰਥਾ ਨਾ ਕੋਈ। ਕਹਿੰਦੇ ਉਸ ਪਰਮੇਸ਼ਰ ਦਾ ਨਾਮ ਕੰਨਾਂ ਰਾਹੀਂ ਸੁਣੀਏ, ਰਸਨਾ ਰਾਹੀਂ ਗਾਈਏ ਅਤੇ ਹਿਰਦੇ ਵਿੱਚ ਉਹਨੂੰ ਵਸਾਈਏ। ਕਹਿੰਦੇ ਉਹ ਪਰਮੇਸ਼ਰ ਜੋ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ, ਉਹਦੇ ਤੋਂ ਖਾਲੀ ਕੋਈ ਨਹੀਂ ਮੁੜਦਾ, ਸਭ ਦੀਆਂ ਝੋਲੀਆਂ ਭਰਦਾ ਉਹ। ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ। ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਵੱਡਾ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ। ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਵਾਹਿਗੁਰੂ ਜੀ, ਬਹੁਤ ਹੀ ਪਿਆਰੀ ਬਾਣੀ ਆ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਵੱਡੇ ਭਾਗਾਂ ਦੇ ਨਾਲ ਇਹ ਰਤਨ ਜਨਮ, ਮਨੁੱਖਾ ਜਨਮ, ਜੋ ਕਿ ਬੜਾ ਦੁਰਲੱਭ ਹੈ, ਵੱਡੇ ਭਾਗਾਂ ਦੇ ਨਾਲ ਮਿਲ ਗਿਆ। ਕਹਿੰਦੇ ਹੁਣ ਪਰਮੇਸ਼ਰ ਜੀ ਕਿਰਪਾ ਕਰੋ, ਤੁਸੀਂ ਕਿਰਪਾਲੂ ਹੋ ਕਿ ਅਸੀਂ ਹੁਣ ਸਦਾ ਹੀ ਤੁਹਾਡਾ ਨਾਮ ਜਪੀਏ। ਕਿਉਂਕਿ ਇਹ ਜਿਹੜਾ ਨਾਮ ਜਪਣ ਦਾ ਲਾਹਾ ਇਹ ਮਨੁੱਖਾ ਜਨਮ ਦੇ ਵਿੱਚ ਹੀ ਲਿਆ ਜਾ ਸਕਦਾ। ਮਨੁੱਖਾ ਜਨਮ ਹੀ ਇਸ ਤਰ੍ਹਾਂ ਦਾ ਇੱਕ ਜਨਮ ਹੈ ਜਿਹਦੇ ਵਿੱਚ ਪਰਮੇਸ਼ਰ ਨਾਲ ਮਿਲਾਪ ਹੋ ਸਕਦਾ ਹੈ। ਕਿਉਂਕਿ ਪਰਮੇਸ਼ਰ ਦਾ ਨਾਮ ਸਿਰਫ ਮਨੁੱਖਾ ਜਨਮ 'ਚ ਹੀ ਜਪਿਆ ਜਾ ਸਕਦਾ। ਆਪਾਂ ਸੁਣਦੇ ਹਾਂ ਨਾ ਕਿ ਬਾਣੀ 'ਚ ਆਉਂਦਾ, ਇਸ ਦੇਹੀ ਕੋ ਸਿਮਰੈ ਦੇਵ। ਜਿਹੜੇ ਦੇਵਤੇ ਨੇ ਉਹਨਾਂ ਦੀ ਰੂਹ ਤੇ ਹੈ, ਪਰ ਉਹਨਾਂ ਕੋਲ ਮਨੁੱਖਾ ਸਰੀਰ ਨਹੀਂ ਕਿ ਉਹ ਜਾਪ ਕਰ ਸਕਣ ਅਤੇ ਉਹ ਪਰਮੇਸ਼ਰ ਨਾਲ ਮਿਲਾਪ ਕਰ ਸਕਣ। ਹੈ ਤੇ ਦੇਵਤੇ, ਪਰ ਉਹਨਾਂ ਕੋਲ ਮਨੁੱਖਾ ਦੇਹੀ ਨਹੀਂ ਗਈ। ਇਸ ਲਈ ਜਦ ਤੱਕ ਮਨੁੱਖਾ ਦੇਹੀ ਨਹੀਂ ਮਿਲਦੀ, ਉਹਨਾਂ ਦਾ ਮਿਲਾਪ ਪਰਮਾਤਮਾ 'ਚ ਹੋ ਨਹੀਂ ਸਕਦਾ। ਅਤੇ ਸਾਨੂੰ ਹੁਣ ਇਹ ਮਨੁੱਖਾ ਦੇਹੀ ਮਿਲੀ ਆ। ਸਾਡੇ ਕੋਲ ਇਹ ਬੜਾ ਹੀ ਵਡਮੁੱਲਾ ਸਮਾਂ ਉਹਦਾ ਨਾਮ ਜਪਣ ਦਾ, ਤਾਂ ਕਿ ਉਹਦੇ ਚਰਨਾਂ 'ਚ ਸਮਾਈ ਹੋ ਜਾਵੇ। ਫਿਰ ਸਾਨੂੰ ਮੁੜ ਮੁੜ ਕੇ ਜਨਮ ਨਾ ਲੈਣਾ ਪਏ, ਸਾਡਾ ਆਵਾਗਮਨ ਦਾ ਚੱਕਰ ਖਤਮ ਹੋ ਜਾਵੇ, ਅਸੀਂ ਸਦਾ ਲਈ ਪਰਮੇਸ਼ਰ ਦੇ ਚਰਨਾਂ ਵਿੱਚ ਸਮਾ ਜਾਈਏ ਜਦੋਂ ਸਾਡਾ ਜੀਵਨ ਖਤਮ ਹੋਏ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ, ਅੱਗੇ ਤੋਂ ਸੁਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।